Hello students, I am Vishal Goyal, Assistant Professor, Department of Computer Science from Shri Lal Bahadur Shastri, Aranila College, Barnala. ਸਿਸਟਮ ਸੌਫਟਵੇਅਰ ਦਾ ਅੱਜ ਆਪਾਂ ਨੈਕਸਟ ਲੈਕਚਰ ਦੇਖਣ ਲੱਗੇ ਹਾਂ ਦੈਟ ਇਜ਼ ਪ੍ਰੋਗਰਾਮ ਡਿਵੈਲਪਮੈਂਟ ਫਲੋ। ਯਾਨੀ ਕਿ ਕੋਈ ਵੀ ਪ੍ਰੋਗਰਾਮ ਨੂੰ ਆਪਾਂ ਡਿਵੈਲਪ ਕਿੱਦਾਂ ਕਰਦੇ ਹਾਂ, ਉਹਦੇ 'ਚ ਕਿਹੜੇ ਸਟੈਪਸ ਫੋਲੋ ਹੁੰਦੇ ਆ, ਤਾਂ ਉਹਦਾ ਇੱਕ ਪ੍ਰੋਪਰ ਫਲੋ ਚਾਰਟ ਆਪਾਂ ਦੇਖਣ ਲੱਗੇ ਹਾਂ। ਦੇਖੋ, ਸਭ ਤੋਂ ਪਹਿਲਾਂ ਕੀ ਹੈ, ਜਦੋਂ ਵੀ ਆਪਾਂ ਕਿਸੇ ਪ੍ਰੋਗਰਾਮ ਨੂੰ ਸਟਾਰਟ ਕਰਦੇ ਹਾਂ, ਕੋਈ ਪ੍ਰੋਜੈਕਟ ਨੂੰ ਸਟਾਰਟ ਕਰਦੇ ਹਾਂ, ਤਾਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਉਹਦੇ ਕਿਹੜੇ ਡਿਫਰੈਂਟ ਮੋਡਿਊਲਸ ਹੋ ਸਕਦੇ ਨੇ, ਅਤੇ ਆਪਾਂ ਉਹਦੇ ਅਲੱਗ-ਅਲੱਗ ਮੋਡਿਊਲਸ ਨੂੰ ਡਿਫਾਈਨ ਕਰਦੇ ਹਾਂ। ਯਾਨੀ ਕਿ ਜਿਹੜਾ ਪ੍ਰੋਜੈਕਟ ਹੈ ਜਾਂ ਜੋ ਪ੍ਰੋਗਰਾਮ ਹੈ ਆਪਣਾ ਲਾਰਜ ਪ੍ਰੋਗਰਾਮ ਹੈ, ਉਹਨੂੰ ਆਪਾਂ ਅਲੱਗ-ਅਲੱਗ ਮੋਡਿਊਲਸ ਦੇ ਵਿੱਚ ਡਿਸਟਰੀਬਿਊਟ ਕਰ ਲਿਆ। ਦੈਨ ਉਹ ਮੋਡਿਊਲਸ ਨੂੰ ਆਪਾਂ ਦੇਖਾਂਗੇ ਕਿ ਕਿਹੜੇ ਮੋਡਿਊਲਸ ਕਿਸ ਲੈਂਗੁਏਜ 'ਚ ਬੈਸਟ ਅਪਲਾਈ ਹੋ ਸਕਦੇ ਆ। ਸੋ ਸਪੋਜ਼ ਸੋਰਸ ਮੋਡਿਊਲ 1 ਹੈ, ਸੋਰਸ ਮੋਡਿਊਲ 2 ਹੈ, ਸੋਰਸ ਮੋਡਿਊਲ 3, 4 ਐਂਡ ਸੋ ਔਨ। ਉਹ ਅਲੱਗ-ਅਲੱਗ ਮੋਡਿਊਲਸ ਨੇ ਜਿਹਨੂੰ ਆਪਾਂ ਅਲੱਗ-ਅਲੱਗ ਲੈਂਗੁਏਜਸ ਦੇ ਵਿੱਚ ਡਿਵੈਲਪ ਕੀਤਾ ਹੋਇਆ ਹੈ। ਉਹ ਲੈਂਗੁਏਜਸ ਜਿਹੜੀਆਂ ਮਰਜ਼ੀ ਹੋ ਸਕਦੀਆਂ ਨੇ, ਜਿਹੜੀਆਂ ਵੀ ਉਹਨੂੰ ਬੈਸਟ ਸੁਟੇਬਲ ਲੱਗਦੀਆਂ ਨੇ। ਉਸ ਤੋਂ ਬਾਅਦ ਉਹ ਜਿਹੜੇ ਸੋਰਸ ਪ੍ਰੋਗਰਾਮ ਨੇ, ਉਹ ਆਪਣੇ ਪਾਰਟੀਕੂਲਰ ਕੰਪਾਈਲਰ ਦੇ ਜਾਂ ਅਸੈਂਬਲਰ ਦੇ ਥਰੂ ਕਨਵਰਟ ਹੋਣਗੇ ਓਬਜੈਕਟ ਮੋਡਿਊਲਸ ਦੇ ਵਿੱਚ, ਯਾਨੀ ਕਿ ਬਾਈਨਰੀ ਲੈਂਗੁਏਜ 'ਚ ਕਨਵਰਟ ਹੋਣਗੇ। ਦੈਨ ਅਲੱਗ-ਅਲੱਗ ਜਿਹੜੇ ਓਬਜੈਕਟ ਮੋਡਿਊਲਸ ਨੇ, ਲਿੰਕਰ ਉਹਨਾਂ ਨੂੰ ਕੀ ਕਰੇਗਾ, ਕੰਬਾਈਨ ਕਰਕੇ ਇੱਕ ਸਿੰਗਲ ਮੋਡਿਊਲ ਦੇ ਵਿੱਚ ਕਨਵਰਟ ਕਰੇਗਾ, ਜਿਹਨੂੰ ਆਪਾਂ ਬੋਲਦੇ ਹਾਂ ਐਗਜ਼ੀਕਿਊਟੇਬਲ ਮੋਡਿਊਲ। ਦੈਨ ਜਦੋਂ ਇੱਕ ਐਗਜ਼ੀਕਿਊਟੇਬਲ ਮੋਡਿਊਲ ਆਪਣੇ ਕੋਲ ਆ ਗਿਆ, ਤਾਂ ਹੁਣ ਉਹਨੂੰ ਆਪਾਂ ਰਨ ਕਰਨਾ ਹੈ। ਤਾਂ ਰਨ ਕਰਨ ਲਈ ਲੋਡਰ ਕੀ ਕਰੇਗਾ, ਉਸ ਮੋਡਿਊਲ ਨੂੰ ਲੋਡ ਕਰੇਗਾ ਮੈਮਰੀ ਦੇ ਵਿੱਚ। ਤੇ ਮੈਮਰੀ 'ਚ ਆ ਕੇ ਜਦੋਂ ਐਗਜ਼ੀਕਿਊਟ ਹੋ ਰਿਹਾ ਹੈ, ਤਾਂ ਉੱਥੇ ਉਹਨੂੰ ਆਪਾਂ ਕੀ ਬੋਲਾਂਗੇ, ਪ੍ਰੋਸੈਸ ਇਨ ਮੈਮਰੀ। तो अगर तो उत्थे कोई भी एरर नहीं आ रही, तो अपना प्रोग्राम यानी कि सक्सैसफुल एग्जीक्यूट हो रहा है, तो स्टॉप हो जाएगा। अगर कोई एरर आ रही है, फिर आप डिबगर की हैल्प के नाल उन्होंने रिमूव करांगे, तो फिर सारे स्टैप्स दोबारा फॉलो होंगे। सो नैक्सट है फीचर्स ऑफ सिस्टम प्रोग्रामिंग। सिस्टम प्रोग्रामिंग की होंगी है, जनरली आप गल करते हैं प्रोग्रामिंग की। प्रोग्रामिंग का मतलब की होंगे कि प्रोग्राम्स नूं डिवेलप करना। तो सिस्टम प्रोग्रामिंग का मतलब की होएगा, सिस्टम प्रोग्राम्स नूं डिवेलप करना। So system programming is the activity of programming system softwares such as operating system, device drivers, servers, utility, etc. So systems programming की है कि सिस्टम सॉफ्टवेयर्स नूं या सिस्टम प्रोग्राम्स नूं डिवेलप करना, जिहदे विच ऑपरेटिंग सिस्टम भी हो सकता है, डिवाइस ड्राइवर्स भी हो सकते हैं। सो कोई भी वो सिस्टम सॉफ्टवेयर्स हो सकते हैं। Usually system programming aims to produce software that provide services to the computer hardware. So basically system programming ਦਾ ਮੇਨ ਏਮ ਕੀ ਹੈ ਕਿ ਆਪਾਂ ਨੇ ਉਹ ਸੌਫਟਵੇਅਰ ਪ੍ਰੋਡਿਊਸ ਕਰਨੇ ਨੇ ਜਿਹੜੇ ਕੰਪਿਊਟਰ ਹਾਰਡਵੇਅਰ ਨੂੰ ਸਰਵਿਸਿਜ਼ ਪ੍ਰੋਵਾਈਡ ਕਰਨ। So it requires a great deal of hardware knowledge and awareness. ਸਿਸਟਮ ਪ੍ਰੋਗਰਾਮਿੰਗ ਲਈ ਆਪਾਂ ਨੂੰ ਹਾਰਡਵੇਅਰ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਅਤੇ ਪ੍ਰੋਪਰ ਉਹਦੀ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ। The programmer makes assumption about the hardware and other properties of the system that the program runs on. तो ਜਿਹੜਾ ਪ੍ਰੋਗਰਾਮਰ ਹੈ ਉਹ ਡਿਸਾਈਡ ਕਰੇਗਾ, ਉਹ ਐਜ਼ਿਊਮ ਕਰੇਗਾ ਕਿ ਜਿਹੜਾ ਆਪਣਾ ਪ੍ਰੋਗਰਾਮ ਆਪਾਂ ਡਿਵੈਲਪ ਕਰ ਰਹੇ ਹਾਂ ਉਹ ਕਿਹੜੇ ਹਾਰਡਵੇਅਰ ਦੇ ਉੱਤੇ ਰਨ ਹੋਏਗਾ ਅਤੇ ਕਿਹੜੀਆਂ ਉਹਦੀਆਂ ਪ੍ਰੋਪਰਟੀਜ਼ ਹੋਣਗੀਆਂ, ਕੀ ਉਹਦੀਆਂ ਰਿਸਟ੍ਰਿਕਸ਼ਨਸ ਹੋਣਗੀਆਂ। ਸੋ ਇਹ ਸਾਰੀਆਂ ਚੀਜ਼ਾਂ ਐਜ਼ਿਊਮ ਕਰਕੇ ਚੱਲੇਗਾ। ਸੋ ਵੀ ਕੈਨ ਆਲਸੋ ਸੇ ਦੈਟ ਸਿਸਟਮ ਪ੍ਰੋਗਰਾਮਿੰਗ ਇਜ਼ ਮਸ਼ੀਨ ਡਿਪੈਂਡੈਂਟ। ਸੋ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਸਿਸਟਮ ਪ੍ਰੋਗਰਾਮਿੰਗ ਮਸ਼ੀਨ ਡਿਪੈਂਡੈਂਟ ਹੈ, ਕਿਉਂਕਿ ਇਹਦੇ ਵਿੱਚ ਇੰਟਰਨਲੀ ਮਸ਼ੀਨ ਦੇ ਉੱਤੇ ਉਹਨੇ ਰਨ ਹੋਣਾ ਹੈ। ਇਹ ਮਸ਼ੀਨ ਦੀ ਡਿਟੇਲ ਪਤਾ ਹੋਣੀ ਬਹੁਤ ਜ਼ਰੂਰੀ ਹੈ। ਸੋ ਐਜ਼ ਮਸ਼ੀਨ ਆਰਕੀਟੈਕਚਰ ਡਿਫਰਸ ਇਨ ਮਸ਼ੀਨ ਕੋਡ, ਇੰਸਟਰਕਸ਼ਨ ਫਾਰਮੈਟਸ, ਐਡਰੈਸਿੰਗ ਮੋਡਸ ਐਂਡ ਰਜਿਸਟਰਸ। ਸੋ ਜਿੰਨੇ ਵੀ ਮਸ਼ੀਨ ਆਰਕੀਟੈਕਚਰ ਨੇ, ਯਾਨੀ ਕਿ ਆਪਾਂ ਮਸ਼ੀਨ ਇੱਥੇ ਕੀ ਹੈ, ਕੰਪਿਊਟਰ। ਸੋ ਕੰਪਿਊਟਰ ਆਰਕੀਟੈਕਚਰ ਅਲੱਗ-ਅਲੱਗ ਤਰ੍ਹਾਂ ਦੇ ਹੋ ਸਕਦੇ ਨੇ, ਉਹਦੇ ਵਿੱਚ ਅਲੱਗ ਤਰ੍ਹਾਂ ਦੇ ਕੋਡਸ ਹੋ ਸਕਦੇ ਨੇ, ਅਲੱਗ ਤਰ੍ਹਾਂ ਦੇ ਇੰਸਟਰਕਸ਼ਨ ਫਾਰਮੈਟਸ ਹੋ ਸਕਦੇ ਨੇ, ਅਲੱਗ-ਅਲੱਗ ਤਰ੍ਹਾਂ ਦੇ ਐਡਰੈਸਿੰਗ ਮੋਡਸ ਹੋ ਸਕਦੇ ਨੇ। ਸੋ ਉਸ ਤਰੀਕੇ ਨਾਲ ਹੀ ਸਿਸਟਮ ਪ੍ਰੋਗਰਾਮਿੰਗ ਫਿਰ ਡਿਫਰੈਂਟ ਹੋਏਗੀ। ਸਿਸਟਮ ਪ੍ਰੋਗਰਾਮਿੰਗ ਨਾਰਮਲੀ ਯੂਜ਼ਸ ਦੀ ਲੈਂਗੁਏਜਸ that can operate in resource constraint environment. तो system programming basically वो languages ਨੂੰ यूज़ करता है ਜਿਹਦੇ ਵਿੱਚ ਆਪਾਂ resource constraint environment ਦੇ ਵਿੱਚ ਆਪਾਂ language ਨੂੰ यूज़ ਕਰ ਸਕੀਏ। resource constraint environment ਦਾ ਮਤਲਬ ਹੁੰਦਾ ਹੈ ਕਿ ਆਪਾਂ ਕਿਹੜੇ resources ਨੂੰ limited यूज़ ਕਰਨਾ। ਕਿਉਂਕਿ ਆਪਾਂ ਜਦੋਂ system programming यूज़ ਕਰਦੇ ਹਾਂ, system programming ਕਰਦੇ ਹਾਂ, ਤਾਂ ਜਿਹੜੇ ਉਹ system programs ਨੇ ਉਹ ਕਾਫੀ limited resources ਦੇ ਵਿੱਚ ਰਨ ਹੁੰਦੇ। So it is also important for a system program that the language used for developing it should have a small runtime library. ਇਹ ਵੀ ਕਾਫੀ ਇੰਪੋਰਟੈਂਟ ਹੈ ਕਿ ਜਿਹੜਾ ਸਿਸਟਮ ਪ੍ਰੋਗਰਾਮ ਆਪਾਂ ਬਣਾ ਰਹੇ ਹਾਂ, ਜਿਹੜੀ ਲੈਂਗੁਏਜ 'ਚ ਬਣਾ ਰਹੇ ਹਾਂ, ਉਹਦੀ ਲਾਇਬ੍ਰੇਰੀ ਕਾਫੀ ਸਮੋਲ ਹੋਣੀ ਚਾਹੀਦੀ ਹੈ ਜਾਂ ਫਿਰ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ। ਐਂਡ ਇਟ ਸ਼ੁੱਡ ਆਲਸੋ ਅਲਾਉ ਫॉर डायरेक्ट कंट्रोल ओवर द memory।
क्योंकि ਆਪਾਂ ਨੇ ਮੈਮਰੀ ਨੂੰ ਡਾਇਰੈਕਟ ਐਕਸੈਸ ਕਰਨਾ ਹੁੰਦਾ ਹੈ। ਸੋ ਇਸ ਕਰਕੇ ਜਿਹੜੀ ਆਪਾਂ ਲੈਂਗੁਏਜ ਚੂਜ਼ ਕਰਨੀ ਹੈ ਉਹਦੇ ਵਿੱਚ ਮੈਮਰੀ ਨੂੰ ਐਕਸੈਸ ਕਰਨ ਦੀ ਫੈਸਿਲਿਟੀ ਵੀ ਹੋਣੀ ਚਾਹੀਦੀ ਹੈ। ਸੋ ਇਨ ਸੱਚ ਪ੍ਰੋਗਰਾਮਿੰਗ ਡਿਬਗਿੰਗ ਆਪਰੇਸ਼ਨ ਕੈਨ ਬੀ ਡਿਫਿਕਲਟ। ਸੋ ਇੱਦਾਂ ਦੀ ਪ੍ਰੋਗਰਾਮਿੰਗ ਸਿਸਟਮ ਪ੍ਰੋਗਰਾਮਿੰਗ ਦੇ ਵਿੱਚ ਡਿਬਗਿੰਗ ਆਪਰੇਸ਼ਨ ਹੈ ਜਿਹੜਾ ਕਾਫੀ ਡਿਫਿਕਲਟ ਹੋ ਸਕਦਾ ਹੈ, ਕਿਉਂਕਿ ਸਿਸਟਮ ਪ੍ਰੋਗਰਾਮ ਨੇ ਉਹ ਡਿਬਗਰ ਮੋਡ ਦੇ ਵਿੱਚ ਰਨ ਨਹੀਂ ਹੋ ਸਕਦੇ। ਸੋ ਇਨ ਸਿਸਟਮ ਪ੍ਰੋਗਰਾਮਿੰਗ ਆਫਨ ਲਿਮਟਿਡ ਪ੍ਰੋਗਰਾਮਿੰਗ ਫੈਸਿਲਿਟੀਜ਼ ਆਰ ਅਵੇਲੇਬਲ। ਜਿਹੜੀ ਸਿਸਟਮ ਪ੍ਰੋਗਰਾਮਿੰਗ ਹੈ ਉਹਦੇ ਵਿੱਚ ਆਪਣੇ ਕੋਲ ਹਰ ਇੱਕ ਚੀਜ਼ ਲਿਮਟਿਡ ਹੋਏਗੀ, ਰਿਸੋਰਸਿਸ ਲਿਮਟਿਡ ਹੋਣਗੇ ਅਤੇ ਆਪਣੇ ਕੋਲ ਪ੍ਰੋਗਰਾਮਿੰਗ ਫੈਸਿਲਿਟੀਜ਼ ਵੀ ਲਿਮਟਿਡ ਹੋਣਗੀਆਂ। ਫੋਰ ਐਗਜ਼ਾਮਪਲ ਜਿੱਦਾਂ ਆਟੋਮੈਟਿਕ ਗਾਰਬੇਜ ਕਲੈਕਸ਼ਨ ਇਜ਼ ਨੋਟ ਕਾਮਨ, ਕਿ ਆਪਾਂ ਸਿਸਟਮ ਪ੍ਰੋਗਰਾਮਿੰਗ ਦੇ ਵਿੱਚ ਆਟੋਮੈਟਿਕ ਗਾਰਬੇਜ ਕਲੈਕਸ਼ਨ ਨਹੀਂ ਯੂਜ਼ ਕਰਦੇ। ਸੋ ਇੱਦਾਂ ਦੇ ਹੋਰ ਵੀ ਕਾਫੀ ਰਿਸਟ੍ਰਿਕਸ਼ਨਸ ਨੇ ਜੋ ਸਿਸਟਮ ਪ੍ਰੋਗਰਾਮਿੰਗ 'ਚ ਯੂਜ਼ ਨਹੀਂ ਹੋ ਸਕਦੀਆਂ, ਜਿੱਦਾਂ ਕਿ ਡਿਬਗਿੰਗ ਹੈ। ਨੈਕਸਟ ਹੈ ਸਿਸਟਮ ਪ੍ਰੋਗਰਾਮਿੰਗ ਵਰਸਸ ਐਪਲੀਕੇਸ਼ਨ ਪ੍ਰੋਗਰਾਮਿੰਗ, ਦੋਨਾਂ 'ਚ ਕੀ ਡਿਫਰੈਂਸ ਹੈ। ਸੋ ਹੁਣ ਤੱਕ ਤੁਹਾਨੂੰ ਆਈਡੀਆ ਹੋ ਗਿਆ ਹੋਵੇਗਾ ਕਿ ਸਿਸਟਮ ਪ੍ਰੋਗਰਾਮਿੰਗ ਕੀ ਹੈ ਅਤੇ ਐਪਲੀਕੇਸ਼ਨ ਪ੍ਰੋਗਰਾਮਿੰਗ ਕੀ ਹੈ। ਸੋ ਅਗਰ ਆਪਾਂ ਡੈਫੀਨੇਸ਼ਨ ਦੀ ਗੱਲ ਕਰੀਏ, ਸਿਸਟਮ ਪ੍ਰੋਗਰਾਮਿੰਗ ਕੀ ਹੈ? ਇਟ ਇਜ਼ ਦੀ ਐਕਟੀਵਿਟੀ ਆਫ ਕ੍ਰੀਏਟਿੰਗ ਸਿਸਟਮ ਸੌਫਟਵੇਅਰਸ, ਫॉर एग्जांपल ऑपरेटिंग सिस्टम, कंपाइलर, डिबगर एक्सेट्रा। सो सिस्टम प्रोग्रामिंग की है कि आप सिस्टम सॉफ्टवेयर ਨੂੰ ਜਦੋਂ ਕ੍ਰੀਏਟ ਕਰਦੇ ਹਾਂ ਉਹਨੂੰ ਆਪਾਂ ਕੀ ਬੋਲਦੇ ਹਾਂ? ਸਿਸਟਮ ਪ੍ਰੋਗਰਾਮਿੰਗ। ਤੇ ਉੱਥੇ ਐਪਲੀਕੇਸ਼ਨ ਪ੍ਰੋਗਰਾਮਿੰਗ ਕੀ ਹੈ? ਇਟ ਇਜ਼ ਦੀ ਐਕਟੀਵਿਟੀ ਆਫ ਕ੍ਰੀਏਟਿੰਗ ਸੌਫਟਵੇਅਰਸ ਫॉर स्पेसिफिक पर्पस लाइक वर्ड प्रोसैसिंग और काउंटिंग, एडिटिंग पिक्चर्स। फॉर एग्जांपल जिदा वर्ड है, टैली है, फोटोशॉप है। सो एप्लीकेशन प्रोग्रामिंग की है कि आप जो एप्लीकेशन प्रोग्राम ਨੂੰ एप्लीकेशन सॉफ्टवेयर ਨੂੰ ਜਦੋਂ ਕ੍ਰੀਏਟ ਕਰਦੇ ਹਾਂ ਉਹ ਕੀ ਹੋਇਆ? ਐਪਲੀਕੇਸ਼ਨ ਪ੍ਰੋਗਰਾਮਿੰਗ। तो पर्पस की है सिस्टम प्रोग्रामिंग का पर्पस? इट एम्स टू प्रोड्यूस सॉफ्टवेयर दैट प्रोवाइड सर्विसेज टू कंप्यूटर हार्डवेयर। सो बेसिकली जी सिस्टम सॉफ्टवेयर्स ने वो हार्डवेयर ਨੂੰ सर्विस प्रोवाइड करते हैं ਤੇ ਐਪਲੀਕੇਸ਼ਨ ਜਿਹੜੇ ਸੌਫਟਵੇਅਰ ਨੇ ਉਹ ਯੂਜ਼ਰ ਨੂੰ ਸਰਵਿਸ ਪ੍ਰੋਵਾਈਡ ਕਰਦੇ ਨੇ। ਇਟ ਏਮਸ ਟੂ ਪ੍ਰੋਡਿਊਸ ਸੌਫਟਵੇਅਰਸ ਦੈਟ ਪ੍ਰੋਡਿਊਸ ਸਰਵਿਸਿਜ਼ ਟੂ ਦੀ ਯੂਜ਼ਰਸ। ਸੋ ਸਿਸਟਮ ਸੌਫਟਵੇਅਰ ਕਿਹਨੂੰ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ? ਕੰਪਿਊਟਰ ਹਾਰਡਵੇਅਰ ਨੂੰ। ਤੇ ਐਪਲੀਕੇਸ਼ਨ ਸੌਫਟਵੇਅਰਸ ਨੇ ਜਿਹੜੇ ਉਹ ਕਿਹਨੂੰ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ? ਯੂਜ਼ਰਸ। ਇਹ ਸਿਸਟਮ ਪ੍ਰੋਗਰਾਮਿੰਗ ਵਾਸਤੇ ਆਪਾਂ ਨੂੰ ਹਾਰਡਵੇਅਰ ਅਵੇਅਰਨੈਸ ਬਹੁਤ ਜ਼ਰੂਰੀ ਹੈ। ਸੋ ਉਹਦੇ ਵਿੱਚ ਹਾਰਡਵੇਅਰ ਦੀ ਨੌਲੇਜ ਕਾਫੀ ਹਾਈ ਹੋਣੀ ਚਾਹੀਦੀ ਹੈ ਅਤੇ ਐਪਲੀਕੇਸ਼ਨ ਪ੍ਰੋਗਰਾਮਿੰਗ ਦੇ ਵਿੱਚ ਥੋੜ੍ਹੀ ਬਹੁਤ ਨੌਲੇਜ ਵੀ ਸਫੀਸ਼ੀਐਂਟ ਹੈ। ਯਾਨੀ ਕਿ ਆਪਾਂ ਨੂੰ ਐਪਲੀਕੇਸ਼ਨ ਪ੍ਰੋਗਰਾਮਿੰਗ ਦੇ ਲਈ ਹਾਰਡਵੇਅਰ ਦੀ ਜ਼ਿਆਦਾ ਨੌਲੇਜ ਹੋਣੀ ਬਹੁਤ ਜ਼ਰੂਰੀ ਨਹੀਂ ਹੈ, ਬਟ ਸਿਸਟਮ ਪ੍ਰੋਗਰਾਮਿੰਗ ਲਈ ਹਾਰਡਵੇਅਰ ਦੀ ਪ੍ਰੋਪਰ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। तो ये सी सिस्टम सॉफ्टवेयर एंड सिस्टम प्रोग्रामिंग। थैंक यू।